ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੱਕ ਵਾਲਿਆਂ ਦਾ ਪ੍ਰਦਰਸ਼ਨ ਜਾਰੀ, ਸਥਾਨਕ ਲੋਕਾਂ ਨੂੰ ਹੋਈ ਫਿਕਰ। ਟਰੂਡੋ ਹੋਏ ਕਰੋਨਾ ਦਾ ਸ਼ਿਕਾਰ, ਖੁਦ ਨੂੰ ਕੀਤਾ ਇਕਾਂਤਵਾਸ। ਟਰੂਡੋ ਨੂੰ ਆਇਆ ਗੁੱਸਾ, ਕਿਹਾ ਨਹੀਂ ਕਰਾਂਗਾ ਬਰਦਾਸ਼ਤ। ਹੁਣ ਜਲਦ ਲੱਗਣਗੇ ਵੀਜ਼ੇ, ਕੈਨੇਡਾ ਸਰਕਾਰ ਦਾ ਐਲਾਨ। ਓਨਟਾਰੀਓ ਵਾਸੀਆਂ ਨੂੰ ਮਿਲੀ ਢਿੱਲ, ਹੁਣ ਹਟ ਰਹੀਆਂ ਹਨ ਪਾਬੰਦੀਆਂ। ਕੁਝ ਟਰੱਕ ਡਰਾਈਵਰਸ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। 2 ਦਿਨਾਂ ਤੋਂ ਆਟਵਾ ਦੇ ਵਿੱਚ ਪ੍ਰਦਰਸ਼ਨ ਚੱਲ ਰਿਹਾ ਹੈ। ਇੱਥੋਂ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਸਥਾਨਕ ਲੋਕ ਫਿਕਰ ਦੇ ਵਿੱਚ ਹਨ। ਕੁਝ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਉਹ ਤੁਹਾਨੂੰ ਅਸੀਂ ਇਸ ਖਬਰ ਦੇ ਵਿੱਚ ਦੱਸਾਂਗੇ ਕਿ ਆਖਿਰਕਾਰ ਕਿਉਂ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਵੱਲੋਂ ਕਿਉਂ ਫਿਕਰਮੰਦੀ ਜਤਾਈ ਜਾ ਰਹੀ ਹੈ। ਸਰਕਾਰ ਵੱਲੋਂ ਜੋ ਟਰੱਕਰਸ ਵਾਸਤੇ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ, ਇਸ ਖਿਲਾਫ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਆਟਵਾ ਵਿੱਚ ਇਹ ਜੋ ਪ੍ਰਦਰਸ਼ਨ ਚੱਲ ਰਿਹਾ ਹੈ, ਇਸ ਸੰਬੰਧੀ ਸਥਾਨਕ ਲੋਕਾਂ ਵਿੱਚ ਹੁਣ ਫਿਕਰ ਨਜ਼ਰ ਆਉਣ ਲੱਗੀ ਹੈ। ਜੀ ਹਾਂ, ਟਰੱਕਰਸ ਵੱਲੋਂ ਆਟਵਾ ਵਿੱਚ ਪਹੁੰਚ ਕੇ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕੀਤਾ ਗਿਆ। ਟਰੱਕਰਸ ਦੇ ਕਾਫਲੇ ਵੱਲੋਂ ਹਾਰਨ ਵਜਾ ਕੇ, ਪਟਾਕੇ ਚਲਾ ਕੇ ਰੋਸ ਦਾ ਇਜ਼ਹਾਰ ਕੀਤਾ ਗਿਆ। ਆਟਵਾ ਦੀਆਂ ਸੜਕਾਂ ਦੇ ਉੱਪਰ ਹੋਈਆਂ ਰੈਲੀਆਂ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ। ਸ਼ੁਰੂਆਤ ਵਿੱਚ ਇਹ ਪ੍ਰਦਰਸ਼ਨ ਸਰਕਾਰ ਵੱਲੋਂ ਜੋ ਨਵੀਂ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ ਉਸ ਦੇ ਖਿਲਾਫ ਨਜ਼ਰ ਆ ਰਿਹਾ ਸੀ, ਪਰ ਹੌਲੀ-ਹੌਲੀ ਇਸ ਵਿੱਚ ਕੋਵਿਡ ਸੰਬੰਧੀ ਸਰਕਾਰ ਵੱਲੋਂ ਜੋ ਕੁਝ ਨਵੇਂ ਨਿਯਮ ਲਗਾਏ ਗਏ ਨੇ, ਉਹਨਾਂ ਰੋਕਾਂ ਦਾ ਵਿਰੋਧ ਕਰਨ ਵਾਲੇ ਲੋਕ ਵੀ ਸ਼ਾਮਿਲ ਹੁੰਦੇ ਗਏ। ਇਸ ਸਮੇਂ ਇਸ ਪ੍ਰਦਰਸ਼ਨ ਨੂੰ ਅੰਤਰਰਾਸ਼ਟਰੀ ਮੀਡੀਆ ਵੱਲੋਂ ਵੀ ਕੈਪਚਰ ਕੀਤਾ ਜਾ ਰਿਹਾ ਹੈ। ਕੁਝ ਰਿਪੋਰਟਸ ਮੁਤਾਬਕ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਪ੍ਰਦਰਸ਼ਨ ਦੌਰਾਨ ਕੁਝ ਅਣਸੁਖਾਵੀਆਂ ਘਟਨਾ ਵੀ ਵਾਪਰੀਆਂ। ਕਈ ਥਾਵਾਂ ਤੇ ਉਲਟੇ ਕੈਨੇਡੀਅਨ ਝੰਡੇ ਦੀਆਂ ਤਸਵੀਰਾਂ ਵੀ ਵੇਖੀਆਂ ਗਈਆਂ। ਇਸ ਤੋਂ ਇਲਾਵਾ ਟੈਰੀ ਫੌਕਸ ਦੇ ਬੁੱਤ ਉੱਪਰ ਵੈਕਸੀਨ ਵਿਰੋਧੀ ਸਮੱਗਰੀ ਨਾਲ ਛੇੜਖਾਨੀ ਵੀ ਕੀਤੀ ਗਈ। ਉਧਰ ਦੂਜੇ ਪਾਸੇ ਸ਼ੈਫਰਡ ਆਫ ਗੁੱਡ ਹੋਪ ਦੇ CEO ਵੱਲੋਂ ਦੱਸਿਆ ਗਿਆ ਕਿ ਸ਼ਨੀਵਾਰ ਨੂੰ ਸ਼ੈਲਟਰ ਦੀਆਂ ਫੂਡ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਇਸ ਦੌਰਾਨ ਮੌਕੇ ਤੇ ਮੌਜੂਦ ਇੱਕ ਸਿਕਿਉਰਿਟੀ ਗਾਰਡ ਵੱਲੋਂ ਦੱਸਿਆ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਝਗੜੇ ਦੌਰਾਨ ਨਸਲੀ ਟਿੱਪਣੀਆਂ ਵੀ ਕੀਤੀਆਂ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸਰਕਾਰ ਵੱਲੋਂ ਟਰੱਕ ਡਰਾਈਵਰਸ ਲਈ ਵੈਕਸੀਨੇਸ਼ਨ ਦੀ ਇੱਕ ਨੀਤੀ ਲਿਆਂਦੀ ਗਈ, ਜਿਸ ਮੁਤਾਬਕ ਟਰੱਕਰਸ ਵਾਸਤੇ ਵੈਕਸੀਨੇਸ਼ਨ ਹਾਸਲ ਕਰਨੀ ਜ਼ਰੂਰੀ ਹੈ, ਪਰ ਕੁਝ ਟਰੱਕਰਸ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕੁਝ ਅਜਿਹੇ ਟਰੱਕਰਸ ਵੀ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵੈਕਸੀਨੇਸ਼ਨ ਨੀਤੀ ਦੇ ਹੱਕ ਵਿੱਚ ਨੇ ਤੇ ਉਹਨਾਂ ਵੱਲੋਂ ਆਪਣਾ ਕੰਮ ਜਾਰੀ ਰੱਖਿਆ ਜਾਵੇਗਾ। ਹੁਣ ਇਹ ਜੋ ਟਰੱਕਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਇਹ ਆਟਵਾ ਵਿੱਚ ਪਹੁੰਚਿਆ ਹੋਇਆ ਹੈ, ਜਿੱਥੇ ਲਗਾਤਾਰ ਵੈਕਸੀਨੇਸ਼ਨ ਦੀ ਨੀਤੀ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਹਨਾਂ ਕਿਹਾ ਕਿ ਮੈਂ ਕੁਝ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗਾ। ਦਰਅਸਲ ਟਰੱਕ ਡਰਾਈਵਰਸ ਲਈ ਜੋ ਵੈਕਸੀਨੇਸ਼ਨ ਦੀ ਇੱਕ ਨੀਤੀ ਲਿਆਂਦੀ ਗਈ ਹੈ, ਜਿਸ ਮੁਤਾਬਕ ਵੈਕਸੀਨ ਉਹਨਾਂ ਦੇ ਲਈ ਲਗਵਾਉਣਾ ਲਾਜ਼ਮੀ ਹੈ, ਉਸ ਦਾ ਵਿਰੋਧ ਲਗਾਤਾਰ ਕਈ ਟਰੱਕਰਸ ਵੱਲੋਂ ਕੀਤਾ ਜਾ ਰਿਹਾ ਹੈ। ਹੁਣ ਜੋ ਪ੍ਰੋਟੈਸਟ ਦੌਰਾਨ ਜੋ ਆਟਵਾ ਦੇ ਵਿੱਚ ਚੱਲ ਰਿਹਾ ਘਟਨਾਵਾਂ ਸਾਹਮਣੇ ਆਈਆਂ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣਾ ਪੱਖ ਰੱਖਿਆ ਤੇ ਉਹਨਾਂ ਨੇ ਦੱਸਿਆ ਹੈ ਕਿ ਕਿਹੜੀਆਂ ਚੀਜ਼ਾਂ ਉਹ ਬਰਦਾਸ਼ਤ ਨਹੀਂ ਕਰਨਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਆਇਆ ਗੁੱਸਾ, ਉਹਨਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ, ਜਿਸ ਵਿੱਚ ਉਹਨਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਪੈਂਡੇਮਿਕ ਕਾਫੀ ਫਰਸਟ੍ਰੇਟਿੰਗ ਹੈ। 2 ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਅਸੀਂ ਇਸ ਚੋਂ ਬਾਹਰ ਨਹੀਂ ਆ ਸਕੇ ਤੇ ਪਿਛਲੇ ਕੁਝ ਦਿਨਾਂ ਤੋਂ ਜੋ ਪ੍ਰਦਰਸ਼ਨ ਹੋ ਰਿਹਾ ਹੈ ਤੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਇੱਥੋਂ ਸਾਹਮਣੇ ਆ ਰਹੀਆਂ ਨੇ, ਉਹ ਠੀਕ ਨਹੀਂ ਹਨ। ਇਸ ਨੂੰ ਉਹਨਾਂ ਵੱਲੋਂ ਹੈਰਾਨ ਕਰਨ ਵਾਲਾ ਦੱਸਿਆ ਗਿਆ। ਦਰਅਸਲ ਕੈਨੇਡਾ ਸਰਕਾਰ ਵੱਲੋਂ ਟਰੱਕਰਸ ਵਾਸਤੇ ਜੋ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਿਆਂਦੀ ਗਈ ਹੈ, ਉਸ ਦਾ ਕਈ ਟਰੱਕਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਕਾਰਨ 2 ਦਿਨਾਂ ਤੋਂ ਆਟਵਾ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਕੁਝ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ, ਜਿਸ ਮੁਤਾਬਕ ਹੇਟ ਸਿੰਬਲ ਦਿਖਾਇਆ ਗਿਆ ਅਤੇ ਕੁਝ ਚੀਜ਼ਾਂ ਨੂੰ ਵੀ ਨੁਕਸਾਨ ਕੀਤਾ ਗਿਆ। ਇੰਨਾ ਹੀ ਨਹੀਂ, ਕੁਝ ਮਾਮਲੇ ਤਾਂ ਖਾਣਾ ਚੋਰੀ ਕਰਨ ਦੇ ਵੀ ਸਾਹਮਣੇ ਆਏ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ ਵੀ ਛੋਟੇ ਕਾਰੋਬਾਰ, ਵਰਕਰ ਅਤੇ ਬੇਕਾਰ ਲੋਕਾਂ ਨੂੰ ਤਕਲੀਫ ਪਹੁੰਚਾਈ ਗਈ, ਉਹ ਠੀਕ ਨਹੀਂ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ ਦੀਆਂ ਪ੍ਰਦਰਸ਼ਨ ਵਿੱਚੋਂ ਘਟਨਾਵਾਂ ਸਾਹਮਣੇ ਆਈਆਂ, ਉਸ ਦਾ ਜ਼ਿਕਰ ਕਰਦੇ ਹੋਏ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Over the past few days, Canadians were shocked and frankly disgusted by the behaviour displayed by some people protesting in our nation's capital. I want to be very clear. We are not intimidated by those who hurl insults and abuse at small business workers
and steal food from the homeless. We won't give in to those who fly racist flags. We won't cave to those who engage in vandalism or dishonor the memory of our veterans. Thank the many Canadians who've made donations to the Shepherds of Good Hope and to the Terry Fox Foundation in response to what they saw this weekend. There is no place in our country for threats, violence, or hatred. So to those responsible for this behavior, it needs to stop. To anyone who joined the convoy but is rightly uncomfortable with the symbols of hatred and division on display, join with your fellow Canadians. Be courageous and speak out. Do not stand for or with intolerance and hate. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ, ਜਿਸ ਦੀ ਜਾਣਕਾਰੀ ਖੁਦ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਦ ਨੂੰ ਆਈਸੋਲੇਟ ਕੀਤਾ ਹੋਇਆ ਸੀ ਤੇ ਅੱਜ ਉਹਨਾਂ ਦਾ ਟੈਸਟ ਪੋਜ਼ਿਟਿਵ ਆਇਆ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ ਤੇ ਨਾਲ ਹੀ ਉਹਨਾਂ ਨੇ ਕੈਨੇਡੀਅਨਸ ਨੂੰ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਰੋਨਾ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹ ਕੋਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਏ ਗਏ ਨੇ। ਉਹਨਾਂ ਦੇ ਦੱਸਣ ਮੁਤਾਬਕ ਜੋ ਕੋਵਿਡ-19 ਦਾ ਟੈਸਟ ਕਰਵਾਇਆ ਗਿਆ ਸੀ ਉਹ ਪੋਜ਼ਿਟਿਵ ਆਇਆ, ਪਰ ਫਿਲਹਾਲ ਉਹ ਠੀਕ ਮਹਿਸੂਸ ਕਰ ਰਹੇ ਹਨ। ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਹਫ਼ਤੇ ਆਪਣੇ ਬੱਚੇ ਦਾ ਕੋਵਿਡ-19 ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਟਰੂਡੋ ਆਈਸੋਲੇਸ਼ਨ ਵਿੱਚ ਸਨ। ਟਰੂਡੋ ਨੇ ਕਿਹਾ ਕਿ ਉਹ ਕੁਆਰੰਟੀਨ ਵਿੱਚ ਰਹਿਣਗੇ ਜਦੋਂ ਤੱਕ ਉਹ ਰਿਕਵਰ ਨਹੀਂ ਹੁੰਦੇ ਅਤੇ ਉਹਨਾਂ ਵੱਲੋਂ ਘਰ ਤੋਂ ਹੀ ਕੰਮ ਜਾਰੀ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਸਾਲ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਗਈਆਂ ਅਤੇ ਇਸ ਮਹੀਨੇ ਉਹਨਾਂ ਵੱਲੋਂ ਕੋਵਿਡ-19 ਵੈਕਸੀਨ ਦੀ ਤੀਸਰੀ ਡੋਜ਼ ਜਾਣੀ ਕਿ ਬੂਸਟਰ ਡੋਜ਼ ਵੀ ਲਗਵਾਈ ਗਈ ਸੀ। ਹੁਣ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਤਾਂ ਉਹਨਾਂ ਨੇ तमाम ਕੈਨੇਡੀਅਨਸ ਨੂੰ ਅਪੀਲ ਕੀਤੀ ਹੈ ਕਿ ਸਾਰੇ ਵੈਕਸੀਨ ਜ਼ਰੂਰ ਹਾਸਲ ਕਰਨ ਤੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਲਗਵਾ ਲਏ ਉਹ ਤੀਸਰਾ ਜਾਣੀ ਕਿ ਬੂਸਟਰ ਡੋਜ਼ ਵੀ ਜ਼ਰੂਰ ਪ੍ਰਾਪਤ ਕਰਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਪੈਂਡੈਮਿਕ ਦੀ ਸ਼ੁਰੂਆਤ ਵਿੱਚ ਮਾਰਚ 2020 ਦੌਰਾਨ ਕੋਵਿਡ ਪੋਜ਼ਿਟਿਵ ਪਾਏ ਗਏ ਸਨ। ਹੁਣ ਜਲਦ ਵੀਜ਼ਾ ਲੱਗਣਗੇ। ਜੋ ਪ੍ਰੋਸੈਸਿੰਗ ਦੇ ਵਿੱਚ ਸਮਾਂ ਲੱਗਦਾ ਸੀ ਉਹ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਜਾਵੇਗਾ। ਜੀ ਹਾਂ, ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਦੇ ਲਈ ਕੁਝ ਕਦਮ ਚੁੱਕੇ ਜਾ ਰਹੇ ਨੇ। ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਹੈ ਜੋ ਹੁਣ ਕਦਮ ਚੁੱਕੇ ਜਾ ਰਹੇ ਨੇ ਇਸ ਦੇ ਵਿੱਚ ਸਪਾਊਸ ਵੀਜ਼ਾ ਵਾਲਿਆਂ ਨੂੰ ਵੀ ਜ਼ਿਆਦਾ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੋਏਗੀ ਤੇ ਨਾਲ ਹੀ ਉਹ ਆਪਣਾ ਸਟੇਟਸ ਆਨਲਾਈਨ ਵੀ ਚੈੱਕ ਕਰ ਸਕਣਗੇ। ਬਾਕੀ ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ ਕਿ ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੇ ਪੱਧਰ ਵਿੱਚ ਤੇਜ਼ੀ ਲਿਆਉਣ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਨਾਲ ਸੰਬੰਧਿਤ ਕੈਨੇਡਾ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿੱਥੇ ਹੁਣ ਇਮੀਗ੍ਰੇਸ਼ਨ ਦੇ ਪ੍ਰੋਸੈਸ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਜੀ ਹਾਂ, ਕੈਨੇਡਾ ਵਿੱਚ ਜਿਵੇਂ ਪਹਿਲਾਂ ਵੀਜ਼ਾ ਪ੍ਰੋਸੈਸਿੰਗ ਵਿੱਚ ਵੱਧ ਸਮਾਂ ਲੱਗਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਵਿੱਚ ਤੇਜ਼ੀ ਲਿਆਉਣ ਬਾਰੇ ਕੁਝ ਖਾਸ ਕਦਮ ਚੁੱਕੇ ਜਾ ਰਹੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੀਂ ਯੋਜਨਾ ਸਾਂਝੀ ਕੀਤੀ ਗਈ ਜਿਸ ਨਾਲ ਇਮੀਗ੍ਰੇਸ਼ਨ ਸਿਸਟਮ ਨੂੰ ਮੁੜ ਤੋਂ ਟਰੈਕ ਦੇ ਉੱਪਰ ਲੈ ਕੇ ਆਂਦਾ ਜਾਵੇਗਾ। 2021 ਦੇ ਬਜਟ ਵਿੱਚ ਕੈਨੇਡਾ ਵੱਲੋਂ $85 ਮਿਲੀਅਨ ਐਲੋਕੇਟ ਕੀਤੇ ਗਏ ਨੇ। ਇਸ ਨਾਲ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਮੈਂਡੇਟ ਲੈਟਰ ਦੇ ਵਿੱਚ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਸੀ ਕਿ ਇਮੀਗ੍ਰੇਸ਼ਨ ਦੇ ਪੱਧਰ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਉਹਨਾਂ ਵੱਲੋਂ ਇਸ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਨੂੰ ਕਿਹਾ ਗਿਆ ਕਿ ਜੋ ਪ੍ਰੋਸੈਸਿੰਗ ਦੇ ਵਿੱਚ ਸਮਾਂ ਲੱਗਦਾ ਹੈ ਉਸ ਨੂੰ ਹੁਣ ਘੱਟ ਕੀਤਾ ਜਾਵੇ। ਇਸ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਹੁਣ ਪ੍ਰੋਸੈਸਿੰਗ ਸਰਵਿਸਿਜ਼ ਮੁੜ ਤੋਂ ਉਸੇ ਤਰ੍ਹਾਂ ਚੱਲਣਗੀਆਂ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸਨ, ਜਾਣੀ ਕਿ ਹੁਣ ਵੀਜ਼ਾ ਪ੍ਰੋਸੈਸਿੰਗ ਵਿੱਚ ਘੱਟ ਸਮਾਂ ਲੱਗੇਗਾ। 2021 ਦੌਰਾਨ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 5 ਲੱਖ ਤੋਂ ਵੱਧ PR ਐਪਲੀਕੇਸ਼ਨਸ ਦੇ ਉੱਪਰ ਆਪਣਾ ਫੈਸਲਾ ਸੁਣਾਇਆ ਗਿਆ। ਹੁਣ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ 2022 ਦੇ ਪਹਿਲੇ ਕੁਆਰਟਰ ਦੌਰਾਨ ਕੈਨੇਡਾ ਵੱਲੋਂ 1,47,000 PR ਐਪਲੀਕੇਸ਼ਨਸ ਦੇ ਉੱਪਰ ਆਪਣਾ ਫੈਸਲਾ ਸੁਣਾਇਆ ਜਾਏਗਾ, ਜਿਸ ਦਾ ਮਤਲਬ ਹੈ ਕਿ 2021 ਦੇ ਮੁਕਾਬਲੇ ਹੁਣ ਇਹਨਾਂ ਐਪਲੀਕੇਸ਼ਨਸ ਨੂੰ ਡਬਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਰਵਰੀ ਮਹੀਨੇ ਦੌਰਾਨ ਕੈਨੇਡਾ ਵੱਲੋਂ ਇੱਕ ਨਵਾਂ PR ਰੈਜ਼ੀਡੈਂਸ ਐਪਲੀਕੇਸ਼ਨ ਟਰੈਕਰ ਵੀ ਲਿਆਂਦਾ ਜਾਵੇਗਾ। ਸਪਾਊਸ ਅਤੇ ਡਿਪੈਂਡੈਂਟਸ ਵਾਸਤੇ ਹੋਵੇਗਾ ਤਾਂ ਕਿ ਜਲਦ ਉਹਨਾਂ ਦੀਆਂ ਅਰਜ਼ੀਆਂ ਦੇ ਉੱਪਰ ਫੈਸਲਾ ਆ ਸਕੇ। ਇਸ ਤੋਂ ਇਲਾਵਾ ਉਹ ਆਪਣਾ ਸਟੇਟਸ ਆਨਲਾਈਨ ਦੇਖ ਸਕਣ। ਇਮੀਗ੍ਰੇਸ਼ਨ ਨਾਲ ਸੰਬੰਧਿਤ ਇੱਕ ਮੈਮੋ ਵੀ ਸਾਂਝਾ ਕੀਤਾ ਗਿਆ ਜਿਸ ਵਿੱਚ ਪਤਾ ਚੱਲਦਾ ਹੈ ਕਿ 2022 ਦੇ ਪਹਿਲੇ ਹਾਫ ਦੌਰਾਨ ਫੈਡਰਲ ਲੈਵਲ ਦੇ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਡਰਾ ਨਹੀਂ ਕੱਢੇ ਜਾਣਗੇ। ਇਸ ਤੋਂ ਇਲਾਵਾ ਅਜੇ ਤੱਕ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਮੁੜ ਤੋਂ ਇਹਨਾਂ ਡਰਾ ਨੂੰ ਕਦੋਂ ਕੱਢਿਆ ਜਾਵੇਗਾ।
ਫਿਲਹਾਲ ਕੈਨੇਡਾ ਵੱਲੋਂ 1.8 ਮਿਲੀਅਨ ਜੋ ਫਾਈਲਾਂ ਦਾ ਬੈਕਲੌਗ ਹੈ ਉਸ ਦੇ ਉੱਪਰ ਕੰਮ ਕੀਤਾ ਜਾਵੇਗਾ। ਇਮੀਗ੍ਰੇਸ਼ਨ ਕੈਨੇਡਾ ਨੂੰ ਇਸ ਸਮੇਂ ਕਾਫੀ ਜ਼ਿਆਦਾ ਬੈਕਲੌਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬੈਕਲੌਗ ਦੇ ਵਿੱਚ ਸਿਟੀਜ਼ਨਸ਼ਿਪ ਐਪਲੀਕੈਂਟਸ, ਟੈਂਪਰੇਰੀ ਫੋਰਨ ਵਰਕਰਸ, ਫੈਮਿਲੀ, ਸਟੂਡੈਂਟ, ਰਿਫਿਊਜੀਜ਼ ਅਤੇ ਵਿਜ਼ਿਟਰਸ ਵੀ ਸ਼ਾਮਿਲ ਹਨ। ਦੱਸੀਏ ਕਿ ਕਰੋਨਾ ਕਾਰਨ ਇਮੀਗ੍ਰੇਸ਼ਨ ਨੂੰ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਇਸ ਦੇ ਨਿਪਟਾਰੇ ਵਾਸਤੇ ਵੀ ਸਰਕਾਰ ਵੱਲੋਂ ਕੁਝ ਖਾਸ ਕਦਮ ਚੁੱਕੇ ਜਾ ਰਹੇ ਨੇ। IRCC ਵੱਲੋਂ 500 ਨਵੀਂ ਪ੍ਰੋਸੈਸਿੰਗ ਸਟਾਫ, ਡਿਜੀਟਲਾਈਜ਼ਡ ਅਰਜ਼ੀਆਂ ਨੂੰ ਹਾਇਰ ਕੀਤਾ ਗਿਆ ਹੈ। ਇਸ ਤੋਂ ਇਲਾਵਾ IRCC ਵੱਲੋਂ ਕੁਝ ਪੇਪਰ ਬੇਸਡ ਇਮੀਗ੍ਰੇਸ਼ਨ ਪ੍ਰੋਗਰਾਮ ਵੀ ਆਨਲਾਈਨ ਲਿਆਂਦੇ ਗਏ ਨੇ। IRCC ਵੱਲੋਂ ਇੱਕ ਪੋਰਟਲ ਵੀ ਡਿਵੈਲਪ ਕੀਤਾ ਗਿਆ ਹੈ ਜਿਸ ਰਾਹੀਂ ਇਨ-ਪਰਸਨ ਇੰਟਰੈਕਸ਼ਨ ਤੋਂ ਬਿਨਾਂ ਹੀ PR ਰੈਜ਼ੀਡੈਂਸੀ ਕਾਰਡ ਹਾਸਿਲ ਹੋ ਸਕਦੇ ਨੇ। ਜੂਨ 2021 ਤੋਂ ਦਸੰਬਰ 2021 ਦੌਰਾਨ 2,25,000 ਦੇ ਕਰੀਬ PR ਵੱਲੋਂ ਇਸ ਪੋਰਟਲ ਦਾ ਇਸਤੇਮਾਲ ਕੀਤਾ ਗਿਆ। ਇੱਕ ਮੀਡੀਆ ਰਿਲੀਜ਼ ਦੇ ਵਿੱਚ IRCC ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਨੂੰ ਸਪੀਡ ਅਪ ਕਰਨ ਦੇ ਵਾਸਤੇ ਐਡਵਾਂਸਡ ਡਾਟਾ ਐਨਾਲਿਸਟ ਵਰਤੇ ਜਾ ਰਹੇ ਹਨ। ਸਿਟੀਜ਼ਨਸ਼ਿਪ ਅਰਜ਼ੀਆਂ ਵਾਸਤੇ IRCC ਵੱਲੋਂ ਆਨਲਾਈਨ ਟੈਸਟਿੰਗ ਇੰਟਰੋਡਿਊਸ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਆਨਲਾਈਨ ਐਪਲੀਕੇਸ਼ਨ ਟਰੈਕਰ ਵੀ ਲਿਆਂਦਾ ਗਿਆ। ਇਸ ਤੋਂ ਇਲਾਵਾ ਵਰਚੁਅਲ ਸਿਟੀਜ਼ਨਸ਼ਿਪ ਸੈਰੇਮਨੀ ਵੀ ਲਾਂਚ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਵਰਚੁਅਲ ਤਰੀਕੇ ਨਾਲ 1,70,000 ਦੇ ਕਰੀਬ ਨਵੇਂ ਕੈਨੇਡੀਅਨਸ ਵੱਲੋਂ ਸਹੁੰ ਚੁੱਕੀ ਗਈ। ਹੁਣ ਸਰਕਾਰ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇ ਅਤੇ ਜੋ ਪ੍ਰੋਸੈਸਿੰਗ ਵਿੱਚ ਸਮਾਂ ਲੱਗਦਾ ਹੈ ਇਸ ਨੂੰ ਘੱਟ ਕੀਤਾ ਜਾਵੇ। ਇਸੇ ਦੇ ਚੱਲਦਿਆਂ ਹੀ ਸਰਕਾਰ ਵੱਲੋਂ ਲਗਾਤਾਰ ਕੁਝ ਖਾਸ ਕਦਮ ਚੁੱਕੇ ਜਾ ਰਹੇ ਨੇ। ਕਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਤੇ ਕਰੋਨਾ ਵਾਇਰਸ ਦਾ ਜੋ ਵੇਰੀਐਂਟ ਓਮਿਕਰੌਨ ਮਿਲਿਆ ਉਸ ਦੇ ਕਾਰਨ ਓਨਟਾਰੀਓ ਵੱਲੋਂ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ, ਪਰ ਹੁਣ ਇਹਨਾਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਜਿਸ ਬਾਰੇ ਤੁਹਾਨੂੰ ਅਸੀਂ ਇਸ ਖਬਰ ਦੇ ਵਿੱਚ ਦੱਸਾਂਗੇ, ਜਿਸ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਓਨਟਾਰੀਓ ਵਿੱਚ ਕਿਹੜੀਆਂ ਚੀਜ਼ਾਂ ਕਿਸ ਸ਼ਰਤ ਨਾਲ ਮੁੜ ਤੋਂ ਹੁਣ ਖੁੱਲਣ ਜਾ ਰਹੀਆਂ ਨੇ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਕਰੋਨਾ ਵਾਇਰਸ ਦੇ ਕਾਰਨ ਪਾਬੰਦੀਆਂ ਲਗਾਈਆਂ ਗਈਆਂ। ਓਨਟਾਰੀਓ ਵਿੱਚ ਵੀ ਕੁਝ ਅਜਿਹੇ ਕਦਮ ਚੁੱਕੇ ਗਏ ਸਨ, ਪਰ ਹੁਣ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਓਨਟਾਰੀਓ ਵੱਲੋਂ ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਜਿੱਥੇ ਜਿਮ, ਸਿਨੇਮਾ ਹਾਲ, ਰੈਸਟੋਰੈਂਟ ਦੀ ਡਾਈਨਿੰਗ ਮੁੜ ਤੋਂ ਖੋਲੀ ਜਾ ਰਹੀ ਹੈ। ਤਕਰੀਬਨ 1 ਮਹੀਨੇ ਬਾਅਦ ਓਨਟਾਰੀਓ ਦੇ ਰੈਸਟੋਰੈਂਟ ਵਿੱਚ ਇਨ-ਪਰਸਨ ਡਾਈਨਿੰਗ ਦੀ ਦੁਬਾਰਾ ਤੋਂ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਸੂਬੇ ਵਿੱਚ ਜਿਮ ਅਤੇ ਮੂਵੀ ਥੀਏਟਰ ਵੀ ਅੱਜ ਤੋਂ ਖੋਲੇ ਜਾ ਰਹੇ ਹਨ। ਦਰਅਸਲ ਓਮਿਕਰੌਨ ਵੇਰੀਐਂਟ ਨੂੰ ਲੈ ਕੇ ਅਤੇ ਇਸ ਸੰਬੰਧੀ ਚਿੰਤਾ ਨੂੰ ਦੇਖਦੇ ਹੋਇਆ ਓਨਟਾਰੀਓ ਵੱਲੋਂ ਕੁਝ ਪਾਬੰਦੀਆਂ ਲਗਾਈਆਂ ਗਈਆਂ। 5 ਜਨਵਰੀ ਨੂੰ ਓਨਟਾਰੀਓ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਰੈਸਟੋਰੈਂਟ ਵਿੱਚ ਅੰਦਰ ਬੈਠ ਕੇ ਖਾਣ-ਪੀਣ, ਜਿਮ, ਸਿਨੇਮਾ ਬੰਦ ਰਹਿਣਗੇ। 31 ਜਨਵਰੀ ਤੋਂ ਇਹਨਾਂ ਨੂੰ ਹੁਣ 50% ਕੈਪੈਸਿਟੀ ਨਾਲ ਦੁਬਾਰਾ ਤੋਂ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਮਿਊਜ਼ੀਅਮ, ਕਸੀਨੋ ਅਤੇ ਹੋਰ ਕਈ ਚੀਜ਼ਾਂ ਨੂੰ 50% ਕੈਪੈਸਿਟੀ ਦੀ ਲਿਮਟ ਦੇ ਨਾਲ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ। ਗ੍ਰੋਸਰੀ ਸਟੋਰ ਅਤੇ ਫਾਰਮੇਸੀ ਸਮੇਤ ਸ਼ਾਪਿੰਗ ਮਾਲ ਨੂੰ 50% ਇੰਡੋਰ ਕੈਪੈਸਿਟੀ ਲਿਮਟ ਦੇ ਨਾਲ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਸਪੋਰਟਸ ਅਤੇ ਫਿਟਨੈਸ ਫੈਸਿਲਿਟੀਜ਼, ਵੈਨਿਊਜ਼ ਅਤੇ ਥੀਏਟਰ, ਇਸ ਵਿੱਚ ਵੱਧ ਤੋਂ ਵੱਧ 500 ਲੋਕਾਂ ਦੀ ਲਿਮਟ ਤੈਅ ਕੀਤੀ ਗਈ ਹੈ। ਇੰਡੋਰ ਇਕੱਠ ਦੀ ਲਿਮਟ ਵੀ 5 ਤੋਂ ਵਧਾ ਕੇ 10 ਕਰ ਦਿੱਤੀ ਗਈ ਹੈ ਤੇ ਆਊਟਡੋਰ ਇਕੱਠ ਦੀ ਲਿਮਟ 10 ਨੂੰ ਵਧਾ ਕੇ 25 ਕਰ ਦਿੱਤਾ ਗਿਆ। ਸਿਟੀ ਆਫ ਟੋਰਾਂਟੋ ਨੇ ਕਿਹਾ ਹੈ ਕਿ ਸ਼ਹਿਰ ਦੇ ਕਈ ਰੀਕ੍ਰੀਏਸ਼ਨਲ ਸੈਂਟਰ, ਫਿਟਨੈਸ ਸੈਂਟਰ ਤੇ ਕਲਾਸ ਇੰਡੋਰ ਪੂਲਸ, ਇੰਡੋਰ ਸਕੇਟਿੰਗ ਰਿੰਗ ਸੇਵਾਵਾਂ ਮੁੜ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਕੈਪੈਸਿਟੀ ਲਿਮਟ ਦੇ ਨਾਲ-ਨਾਲ ਕਾਰੋਬਾਰ ਅਜੇ ਵੀ ਕੁਝ ਪਾਬੰਦੀਆਂ ਦਾ ਸਾਹਮਣਾ ਕਰਨਗੇ, ਜਿਵੇਂ ਕਿ ਕਨਸਰਟ, ਥੀਏਟਰ ਜਾਂ ਸਿਨੇਮਾ ਵਿੱਚ ਦਰਸ਼ਕਾਂ ਨੂੰ ਸੀਟਾਂ ਤੇ ਬੈਠੇ ਰਹਿਣਾ ਜ਼ਰੂਰੀ ਹੋਵੇਗਾ। ਜ਼ਿਆਦਾਤਰ ਬਿਜ਼ਨਸ ਵਿੱਚ ਐਂਟਰੀ ਲੈਣ ਦੇ ਵਾਸਤੇ ਵੈਕਸੀਨੇਸ਼ਨ ਦਾ ਪ੍ਰੂਫ ਦਿਖਾਉਣਾ ਜ਼ਰੂਰੀ ਹੋਵੇਗਾ। ਦੱਸਦੀਏ ਕਿ ਸੂਬੇ ਨੇ 21 ਫਰਵਰੀ ਨੂੰ ਕੋਵਿਡ-19 ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੇ ਜਾਣ ਦੀ ਵੀ ਯੋਜਨਾ ਤਿਆਰ ਕੀਤੀ ਹੈ। ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਹਾਸਲ ਕਰਨ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਤੇ ਹੁਣ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦਾ ਤੀਸਰਾ ਡੋਜ਼ ਲਗਵਾਇਆ ਜਾ ਰਿਹਾ ਉਹਨਾਂ ਦੀ ਵੀ ਲਗਾਤਾਰ ਗਿਣਤੀ ਵਧਦੀ ਹੋਈ ਦਿਖਾਈ ਦੇ ਰਹੀ ਹੈ। ਸਰੀ ਤੋਂ ਜਾਣਕਾਰੀ ਸਾਹਮਣੇ ਆਈ, ਜਿਸ ਵਿੱਚ ਪਤਾ ਚੱਲਿਆ ਕਿ ਕਿਵੇਂ ਜ਼ਿਆਦਾਤਰ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਦਾ ਤੀਸਰਾ ਟੀਕਾ ਜਾਣੀ ਕਿ ਬੂਸਟਰ ਡੋਜ਼ ਲਗਵਾਈ ਜਾ ਰਹੀ ਹੈ। ਸਰੀ ਤੋਂ ਵੈਕਸੀਨੇਸ਼ਨ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ। ਉਸ ਮੁਤਾਬਕ ਦੱਸਿਆ ਗਿਆ ਹੈ ਕਿ ਕਿਵੇਂ ਤੀਸਰਾ ਟੀਕਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਰੀ ਵਿੱਚ 32% ਲੋਕਾਂ ਵੱਲੋਂ ਬੂਸਟਰ ਸ਼ਾਟ ਹਾਸਲ ਕਰ ਲਿਆ ਗਿਆ ਹੈ ਅਤੇ ਸਾਊਥ ਸਰੀ ਵਾਈਟ ਰੌਕ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ ਬੂਸਟਰ ਸ਼ਾਟ ਹਾਸਲ ਕਰਨ ਵਾਲਿਆਂ ਦਾ ਅੰਕੜਾ 49% ਦੇ ਕਰੀਬ ਹੈ। ਇਸ ਤੋਂ ਇਲਾਵਾ 5 ਸਾਲ ਤੋਂ 11 ਸਾਲ ਦੇ ਬੱਚਿਆਂ ਵਿੱਚ ਵੀ ਵੈਕਸੀਨੇਸ਼ਨ ਰੇਟ ਪਹਿਲਾਂ ਦੇ ਮੁਕਾਬਲੇ ਵਾਧਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਸਾਰੀ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਤੋਂ ਸਾਹਮਣੇ ਆਈ ਹੈ। BCCDC ਵੱਲੋਂ ਸਰੀ ਦੀਆਂ 9 ਕਮਿਊਨਿਟੀਜ਼ ਬਾਰੇ ਦੱਸਿਆ ਗਿਆ ਕਿ ਇੱਥੇ ਵੈਕਸੀਨੇਸ਼ਨ ਦਾ ਰੇਟ ਕੀ ਹੈ। 5 ਸਾਲ ਤੋਂ 11 ਸਾਲ ਦੀ ਉਮਰ ਵਾਲਿਆਂ ਵਿੱਚ ਨਾਰਥ ਸਰੀ ਅੰਦਰ 39%, ਵੈਲੀ ਵਿੱਚ 38%, ਗਿਲਫੋਰਡ ਵਿੱਚ 44%,
ਵੈਸਟ ਨਿਊਟਨ ਵਿੱਚ 35%, ਈਸਟ ਨਿਊਟਨ ਵਿੱਚ 37%, ਫਲੀਟਵੁੱਡ ਵਿੱਚ 47%, ਕਲੋਵਰਡੇਲ ਵਿੱਚ 53%, ਪੈਨੋਰਾਮਾ ਵਿੱਚ 49%, ਸਾਊਥ ਸਰੀ ਵਿੱਚ 58% ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ, ਜਿਸ ਦਾ ਮਤਲਬ ਹੈ ਕਿ ਪਹਿਲੀ ਖੁਰਾਕ ਹਾਸਲ ਕਰਨ ਵਾਲਿਆਂ ਦੀ ਗਿਣਤੀ 44.4% ਦੇ ਕਰੀਬ ਹੈ। ਇਸ ਤੋਂ ਇਲਾਵਾ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕੀਤੇ ਉਹਨਾਂ ਦੀ ਵੀ ਗਿਣਤੀ ਕਾਫੀ ਜ਼ਿਆਦਾ ਹੈ। ਨਾਰਥ ਸਰੀ ਅੰਦਰ 93%, ਵੈਲੀ ਵਿੱਚ 96%, ਗਿਲਫੋਰਡ ਵਿੱਚ 89%, ਵੈਸਟ ਨਿਊਟਨ ਵਿੱਚ 97%, ਈਸਟ ਨਿਊਟਨ ਵਿੱਚ 97%, ਫਲੀਟਵੁੱਡ ਵਿੱਚ 94%, ਕਲੋਵਰਡੇਲ ਵਿੱਚ 91%, ਪੈਨੋਰਾਮਾ ਵਿੱਚ 96%, ਸਾਊਥ ਸਰੀ ਵਿੱਚ 91% ਅਜਿਹੇ ਨੇ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕੀਤੇ, ਜਿਸ ਦਾ ਮਤਲਬ ਹੈ ਕਿ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 93.8% ਫੁੱਲੀ ਵੈਕਸੀਨੇਟਡ ਨੇ। 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ ਨਾਰਥ ਸਰੀ ਅੰਦਰ 94%, ਵੈਲੀ ਅੰਦਰ 96%, ਗਿਲਫੋਰਡ 'ਚ 90%, ਵੈਸਟ ਨਿਊਟਨ 'ਚ 98%, ਈਸਟ ਨਿਊਟਨ 'ਚ 97%, ਫਲੀਟਵੁੱਡ ਵਿੱਚ 94%, ਕਲੋਵਰਡੇਲ ਵਿੱਚ 92%, ਪੈਨੋਰਾਮਾ ਵਿੱਚ 96%, ਸਾਊਥ ਸਰੀ ਵਿੱਚ 91% ਫੁੱਲੀ ਵੈਕਸੀਨੇਟਡ ਨੇ। ਇਸ ਤੋਂ ਇਲਾਵਾ ਜਿਨ੍ਹਾਂ ਦੀ ਉਮਰ 50 ਸਾਲ ਅਤੇ ਇਸ ਤੋਂ ਵੱਧ ਹੈ ਉਹਨਾਂ ਵਿੱਚ ਨਾਰਥ ਸਰੀ ਅੰਦਰ 99%, ਵੈਲੀ ਵਿੱਚ 93%, ਗਿਲਫੋਰਡ ਵਿੱਚ 90%, ਵੈਸਟ ਨਿਊਟਨ ਵਿੱਚ 95%, ਈਸਟ ਨਿਊਟਨ ਵਿੱਚ 95%, ਫਲੀਟਵੁੱਡ ਵਿੱਚ 94%, ਕਲੋਵਰਡੇਲ ਵਿੱਚ 93%, ਪੈਨੋਰਾਮਾ ਵਿੱਚ 96%, ਸਾਊਥ ਸਰੀ ਵਿੱਚ 92% ਇਸ ਸਮੇਂ ਫੁੱਲੀ ਵੈਕਸੀਨੇਟਡ ਹਨ। ਬੂਸਟਰ ਸ਼ਾਟ ਦੀ ਜਾਣਕਾਰੀ ਮੁਤਾਬਕ ਸਰੀ ਵਿੱਚ ਬੂਸਟਰ ਸ਼ਾਟ ਹਾਸਲ ਕਰਨ ਵਾਲਿਆਂ ਦੀ ਗਿਣਤੀ 32% ਦੱਸੀ ਜਾ ਰਹੀ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ 25% ਨਾਲ ਵਾਧਾ ਵੀ ਦੱਸਿਆ ਗਿਆ। ਸਾਊਥ ਸਰੀ ਵਾਈਟ ਰੌਕ ਵਿੱਚ ਬੂਸਟਰ ਸ਼ਾਟ ਹਾਸਲ ਕਰਨ ਵਾਲਿਆਂ ਦੀ ਗਿਣਤੀ 49% ਦੱਸੀ ਗਈ। ਕਿਊਬੈਕ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤ ਅਤੇ ਓਮਿਕਰੌਨ ਵੇਰੀਐਂਟ ਦੇ ਕਾਰਨ ਪਾਬੰਦੀਆਂ ਲਗਾਈਆਂ ਗਈਆਂ, ਪਰ ਹੁਣ ਇਹਨਾਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ, ਜਿਸ ਮੁਤਾਬਕ ਕਈ ਚੀਜ਼ਾਂ ਮੁੜ ਤੋਂ ਖੋਲੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਕਿਹੜੀਆਂ ਪਾਬੰਦੀਆਂ ਵਿੱਚ ਸਰਕਾਰ ਵੱਲੋਂ ਢਿੱਲ ਦਿੱਤੀ ਜਾ ਰਹੀ ਹੈ, ਕਿਊਬੈਕ ਵਿੱਚ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ, ਤੁਹਾਨੂੰ ਅਸੀਂ ਦੱਸਾਂਗੇ ਇਸ ਖਬਰ ਵਿੱਚ। ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਅਤੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਊਬੈਕ ਵੱਲੋਂ ਸਖਤੀ ਕੀਤੀ ਗਈ ਸੀ, ਪਰ ਹੁਣ ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਇਸ ਸਾਲ ਪਹਿਲੀ ਵਾਰ ਹੋਵੇਗਾ ਜਦੋਂ ਰੈਸਟੋਰੈਂਟ ਦੁਬਾਰਾ ਤੋਂ 50% ਕੈਪੈਸਿਟੀ ਦਾ ਸਵਾਗਤ ਕਰਨਗੇ। ਟੇਬਲ ਦੇ ਉੱਪਰ 4 ਜਣੇ ਬਹਿ ਸਕਣਗੇ ਅਤੇ 2 ਹਾਊਸਹੋਲਡਸ ਨੂੰ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੈਸਟੋਰੈਂਟ ਆਪਣੀ ਡਾਈਨਿੰਗ 11 ਵਜੇ ਬੰਦ ਕਰ ਦੇਣਗੇ। ਹੁਣ ਸੂਬੇ ਵਿੱਚ ਪ੍ਰਾਈਵੇਟ ਇੰਡੋਰ ਗੈਦਰਿੰਗ ਵਿੱਚ 4 ਜਣਿਆਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ। ਧਾਰਮਿਕ ਥਾਂ, ਐਂਟਰਟੇਨਮੈਂਟ ਅਤੇ ਸਪੋਰਟ ਵੈਨਿਊ ਮੁੜ ਤੋਂ ਖੋਲ੍ਹੇ ਜਾਣਗੇ, ਜਿਸ ਦੇ ਉੱਪਰ 7 ਫਰਵਰੀ ਤੋਂ ਕੈਪੈਸਿਟੀ ਲਿਮਿਟ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਓਮਿਕਰੌਨ ਵੇਰੀਐਂਟ ਦੇ ਫੈਲਾਅ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਸਨ ਅਤੇ ਹੁਣ ਕਿਉਂਕਿ ਹਾਲਾਤਾਂ ਵਿੱਚ ਪਹਿਲਾਂ ਦੇ ਮੁਕਾਬਲੇ ਸੁਧਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ, ਇਸ ਕਾਰਨ ਕਿਊਬੈਕ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਥੇ ਵੀ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਓਨਟਾਰੀਓ ਵੱਲੋਂ ਵੀ ਯੋਜਨਾ ਸਾਂਝੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਅਤੇ ਕਿਸ ਤਰ੍ਹਾਂ ਚੀਜ਼ਾਂ ਨੂੰ ਮੁੜ ਤੋਂ ਖੋਲ੍ਹਿਆ ਜਾਵੇਗਾ। ਪੰਜਾਬੀ ਗਾਇਕ ਕੇ.ਐਸ. ਮੱਖਣ ਦੀ ਕੈਨੇਡਾ ਵਿੱਚ ਗ੍ਰਿਫਤਾਰੀ ਹੋਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਐਬਸਫੋਰਡ ਪੁਲਿਸ ਨੂੰ ਉਹਨਾਂ ਨੂੰ ਹੱਥਕੜੀਆਂ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ, ਪਰ ਇਸ ਵੀਡੀਓ ਦੀ ਕੀ ਅਸਲ ਸੱਚਾਈ ਹੈ ਕਿ ਸੱਚ ਵਿੱਚ ਕੇ.ਐਸ. ਮੱਖਣ ਨੂੰ ਗ੍ਰਿਫਤਾਰ ਕੀਤਾ ਗਿਆ, ਕੀ ਇਹ ਪੂਰਾ ਮਾਮਲਾ, ਤੁਹਾਨੂੰ ਅਸੀਂ ਦੱਸਾਂਗੇ ਇਸ ਖਬਰ ਵਿੱਚ। ਪੰਜਾਬੀ ਗਾਇਕ ਕੇ.ਐਸ. ਮੱਖਣ ਦੀ ਕੈਨੇਡਾ ਵਿੱਚ ਹੋਈ ਗ੍ਰਿਫਤਾਰੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਐਬਸਫੋਰਡ ਪੁਲਿਸ ਉਹਨਾਂ ਨੂੰ ਹੱਥਕੜੀਆਂ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ। ਕਈ ਕਹਿ ਰਹੇ ਨੇ ਕਿ ਉਹਨਾਂ ਦੀ ਸਰੀ ਵਿੱਚ ਗ੍ਰਿਫਤਾਰੀ ਹੋਈ ਤੇ ਕਈਆਂ ਵੱਲੋਂ ਇਸ ਬਾਰੇ ਕੁਝ ਹੋਰ ਦੱਸਿਆ ਜਾ ਰਿਹਾ। ਪਰ ਕੀ ਹੈ ਇਸ ਵਾਇਰਲ ਵੀਡੀਓ ਦਾ ਸੱਚ, ਤੁਹਾਨੂੰ ਦੱਸਦੇ ਹਾਂ। ਦਰਅਸਲ ਇਹ ਮਾਮਲਾ ਐਬਸਫੋਰਡ ਤੋਂ ਸਾਹਮਣੇ ਆਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਈ। ਐਬਸਫੋਰਡ ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਨੂੰ 911 ਦੇ ਉੱਪਰ ਕਾਲ ਆਈ, ਜਿੱਥੇ ਦੱਸਿਆ ਗਿਆ ਕਿ ਪਾਰਕਿੰਗ ਲਾਟ ਵਿੱਚ ਕਈਆਂ ਨੂੰ ਹਥਿਆਰਾਂ ਨਾਲ ਦੇਖਿਆ ਗਿਆ। ਪੁਲਿਸ ਜਦੋਂ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੀ ਤਾਂ ਉਹਨਾਂ ਵੱਲੋਂ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਇੱਥੇ 2 ਹਥਿਆਰ ਮਿਲੇ ਜੋ ਕਿ ਨਕਲੀ ਸਨ। ਪੁਲਿਸ ਦੇ ਦੱਸਣ ਮੁਤਾਬਕ ਇੱਥੇ ਇੱਕ ਗਾਣੇ ਦੀ ਸ਼ੂਟਿੰਗ ਚੱਲ ਰਹੀ ਸੀ, ਪਰ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਿਸੇ ਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਗਿਆ, ਜਿਸ ਦਾ ਮਤਲਬ ਹੈ ਕਿ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ।
ਪਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਭਵਿੱਖ ਵਿੱਚ ਇਸ ਤਰ੍ਹਾਂ ਕਿਸੇ ਵੱਲੋਂ ਸ਼ੂਟਿੰਗ ਕੀਤੀ ਜਾਣੀ ਹੈ ਤਾਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਜਿਸ ਦਾ ਮਤਲਬ ਹੈ ਕਿ ਸ਼ੂਟਿੰਗ ਤੋਂ ਪਹਿਲਾਂ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਥਾਂ ਦੇ ਉੱਪਰ ਹਥਿਆਰ ਨਾਲ ਜਾਂ ਫਿਰ ਕਿਸ ਤਰ੍ਹਾਂ ਸ਼ੂਟਿੰਗ ਕੀਤੀ ਜਾ ਰਹੀ ਹੈ। ਸੋ ਜੋ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀ ਹੈ ਉਸ ਦਾ ਅਸਲ ਸੱਚ ਇਹ ਹੈ ਕਿ ਪੰਜਾਬੀ ਗਾਇਕ KS ਮੱਖਣ ਵੱਲੋਂ ਗਾਣੇ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਕਿਸੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਜਦੋਂ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੀ ਤਾਂ ਫਿਰ ਉਹਨਾਂ ਵੱਲੋਂ ਸਾਰੀ ਸੱਚਾਈ ਦੱਸੀ ਗਈ। ਕਾਫੀ ਲੰਬੇ ਸਮੇਂ ਤੋਂ ਕੈਨੇਡਾ ਇਮੀਗ੍ਰੈਂਟਸ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। 2020 ਤੋਂ ਲੈ ਕੇ ਹੁਣ ਤੱਕ ਇਸ ਇੰਟਰਸਟ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ। ਦਰਅਸਲ ਇੱਕ ਸਟੱਡੀ ਕਰਵਾਈ ਗਈ ਜਿਸ ਵਿੱਚ ਪਤਾ ਚੱਲਿਆ ਕਿ ਕਿਵੇਂ ਜ਼ਿਆਦਾਤਰ ਲੋਕ ਕੈਨੇਡਾ ਵਿੱਚ ਆਉਣ ਲਈ ਆਪਣਾ ਇੰਟਰਸਟ ਰੱਖਦੇ ਹਨ। ਇਸ ਸਰਵੇ ਵਿੱਚ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਇਮੀਗ੍ਰੈਂਟਸ ਲਈ ਕੈਨੇਡਾ ਪਹਿਲੀ ਪਸੰਦ ਬਣਿਆ ਹੋਇਆ ਹੈ। ਜੀ ਹਾਂ, ਲਗਾਤਾਰ ਅਜਿਹਾ ਕਈ ਸਾਲਾਂ ਤੋਂ ਦੇਖਣ ਨੂੰ ਮਿਲ ਰਿਹਾ ਜਦੋਂ ਇਮੀਗ੍ਰੈਂਟਸ ਦੀ ਪਹਿਲੀ ਪਸੰਦ ਕੈਨੇਡਾ ਰਹੀ ਹੋਵੇ। ਇਸ ਬਾਰੇ ਇੱਕ ਤਾਜ਼ਾ ਸਟੱਡੀ ਸਾਹਮਣੇ ਆਈ ਜਿਸ ਵਿੱਚ ਇੱਕ ਵਾਰ ਫਿਰ ਤੋਂ ਸਾਬਿਤ ਹੋਇਆ ਕਿ ਜ਼ਿਆਦਾਤਰ ਇਮੀਗ੍ਰੈਂਟਸ ਕੈਨੇਡਾ ਵਿੱਚ ਆਉਂਦੇ ਨੇ ਜੋ ਕਿ ਉਹਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਨਵੇਂ ਸਰਵੇ ਮੁਤਾਬਕ 13,000 ਦੇ ਕਰੀਬ ਇਮੀਗ੍ਰੈਂਟਸ ਕੈਨੇਡਾ ਆਉਣ ਦੀ ਚਾਹਤ ਰੱਖਦੇ ਹਨ ਤੇ ਉਹਨਾਂ ਦਾ ਇੰਟਰਸਟ ਕਾਫੀ ਮਜ਼ਬੂਤ ਹੈ। ਦਰਅਸਲ ਵਰਲਡ ਐਜੂਕੇਸ਼ਨ ਸਰਵਿਸਿਜ਼ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਜਿਸ ਵਿੱਚ ਇਹ ਸਭ ਕੁਝ ਨਿਕਲ ਕੇ ਸਾਹਮਣੇ ਆਇਆ। ਇਸ ਰਿਪੋਰਟ ਦੇ ਵਿੱਚ ਪਤਾ ਚੱਲਦਾ ਹੈ ਕਿ 2020 ਤੋਂ ਲੈ ਕੇ ਹੁਣ ਤੱਕ ਕੈਨੇਡਾ ਆਉਣ ਵਾਲਿਆਂ ਦੀ ਚਾਹਤ ਘੱਟ ਨਹੀਂ ਹੋਈ। ਇਸ ਮੁਤਾਬਕ 52% ਰਿਸਪੋਂਡੈਂਟਸ ਅਜਿਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਪੈਂਡੈਮਿਕ ਨੇ ਉਹਨਾਂ ਦੀ ਇਮੀਗ੍ਰੇਸ਼ਨ ਦੀ ਯੋਜਨਾ ਦੇ ਉੱਪਰ ਕੋਈ ਵੀ ਅਸਰ ਨਹੀਂ ਪਾਇਆ, ਜਦਕਿ 93% ਅਜਿਹਾ ਮੰਨਦੇ ਨੇ ਕਿ ਨਾ ਤੇ ਪੈਂਡੈਮਿਕ ਨੇ ਉਹਨਾਂ ਦੀ ਯੋਜਨਾ ਦੇ ਉੱਪਰ ਕੋਈ ਅਸਰ ਪਾਇਆ ਤੇ ਨਾ ਹੀ ਉਹਨਾਂ ਦੇ ਇੰਟਰਸਟ ਵਿੱਚ ਹੋਰ ਬਦਲਾਅ ਕੀਤਾ, ਬਲਕਿ ਉਹਨਾਂ ਦਾ ਇੰਟਰਸਟ ਹੋਰ ਵੀ ਵੱਧ ਗਿਆ। 2021 ਦੇ ਸਰਵੇ ਵਿੱਚ 33% ਰਿਸਪੋਂਡੈਂਟਸ ਦਾ ਮੰਨਣਾ ਹੈ ਕਿ ਪੈਂਡੈਮਿਕ ਉਹਨਾਂ ਦੀ ਜੌਬ ਦੇ ਉੱਪਰ ਨੈਗੇਟਿਵ ਇੰਪੈਕਟ ਪਾ ਸਕਦਾ ਹੈ, ਜੋ ਕਿ ਪਹਿਲਾਂ 45% ਸੀ, ਜਦਕਿ 35% ਮੰਨਦੇ ਨੇ ਕਿ ਉਹਨਾਂ ਦੀ ਨੌਕਰੀ ਉੱਪਰ ਕਰੋਨਾ ਪੈਂਡੈਮਿਕ ਦਾ ਪੋਜ਼ਿਟਿਵ ਇੰਪੈਕਟ ਪਵੇਗਾ, ਜੋ ਕਿ 2020 ਵਿੱਚ 27% ਦੀ ਗਿਣਤੀ ਸੀ। ਸਰਵੇ ਤੋਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 58% ਰਿਸਪੋਂਡੈਂਟਸ ਕੈਨੇਡਾ ਇਸ ਕਰਕੇ ਆਉਣਾ ਚਾਹੁੰਦੇ ਨੇ ਕਿਉਂਕਿ ਕੈਨੇਡਾ ਸਰਕਾਰ ਵੱਲੋਂ ਬਿਹਤਰ ਹੈਲਥ ਕੇਅਰ ਸਿਸਟਮ ਮੁਹੱਈਆ ਕਰਵਾਇਆ ਜਾਂਦਾ ਹੈ। ਇਹ 58% ਰਿਸਪੋਂਡੈਂਟਸ ਦਾ ਮੰਨਣਾ ਹੈ। 21% ਕਹਿੰਦੇ ਨੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਯੋਜਨਾ ਦੇ ਉੱਪਰ ਪੈਂਡੈਮਿਕ ਨੇ ਅਸਰ ਪਾ ਦਿੱਤਾ, ਜਦਕਿ 2020 ਵਿੱਚ ਇਹ ਗਿਣਤੀ 35% ਸੀ। ਸਰਵੇ ਮੁਤਾਬਕ 22% ਅਜਿਹੇ ਵੀ ਹਨ ਜੋ ਕੈਨੇਡਾ ਦੀ ਬਜਾਏ ਕਿਸੇ ਹੋਰ ਦੇਸ਼ ਜਾਣਾ ਚਾਹੁੰਦੇ ਨੇ। ਇਸ ਤਰ੍ਹਾਂ ਦੀ ਗਿਣਤੀ 2020 ਵਿੱਚ 13% ਦੀ ਸੀ। ਜ਼ਿਕਰਯੋਗ ਹੈ ਕਿ ਜੋ ਨਵੀਂ ਸਟੱਡੀ ਸਾਹਮਣੇ ਆਈ ਉਸ ਤੋਂ ਪਤਾ ਚੱਲਦਾ ਹੈ ਕਿ ਕੈਨੇਡਾ ਆਉਣ ਵਾਲਿਆਂ ਦੀ ਚਾਹਨਾ ਰੱਖਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਕੈਨੇਡਾ ਵਿੱਚ ਇਸ ਸਮੇਂ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕਿਸ ਸੂਬੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਕੇਸਿਸ ਓਵਰਵਿਊ ਕੈਨੇਡਾ ਵਿੱਚ ਕੀ ਹੈ, ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਇਸ ਖਬਰ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। 24 ਘੰਟਿਆਂ ਦੌਰਾਨ 2983 ਮਾਮਲਿਆਂ ਦੀ ਪੁਸ਼ਟੀ ਹੋਈ। ਇਸ ਤੋਂ ਇਲਾਵਾ ਇੰਟੈਂਸਿਵ ਕੇਅਰ ਅਧੀਨ 583 ਦੀ ਗਿਣਤੀ ਦੱਸੀ ਗਈ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ ਇਹਨਾਂ ਵਿੱਚ 529 ਅਨਵੈਕਸੀਨੇਟਡ, 119 ਪਾਰਸ਼ਲੀ ਵੈਕਸੀਨੇਟਡ, 2125 ਫੁੱਲੀ ਵੈਕਸੀਨੇਟਡ ਸ਼ਾਮਲ ਹਨ। ਹੁਣ ਤੱਕ ਸੂਬੇ ਵਿੱਚ ਜੋ 24 ਘੰਟਿਆਂ ਦੌਰਾਨ 32 ਮੌਤਾਂ ਹੋਈਆਂ ਉਸ ਤੋਂ ਬਾਅਦ ਕੁੱਲ ਮੌਤਾਂ ਦਾ ਅੰਕੜਾ 11,444 ਦੇ ਉੱਪਰ ਪਹੁੰਚ ਗਿਆ। ਸੂਬੇ ਵਿੱਚ ਰਿਕਵਰਡ ਕੇਸਿਸ ਦੀ ਗਿਣਤੀ 9,76,987 ਦੇ ਕਰੀਬ ਦੱਸੀ ਗਈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਇੱਥੇ 99.2% ਦੀ ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ। 91.9% ਵੱਲੋਂ ਪਹਿਲੀ ਡੋਜ਼ ਹਾਸਲ ਕੀਤੀ ਗਈ ਅਤੇ ਤੀਸਰਾ ਟੀਕਾ ਜਾਣੀ ਕਿ ਬੂਸਟਰ ਡੋਜ਼ ਲਗਵਾਉਣ ਵਾਲਿਆਂ ਦਾ ਅੰਕੜਾ 39.3% ਹੈ। ਇਸ ਤੋਂ ਇਲਾਵਾ 5 ਸਾਲ ਤੋਂ 11 ਸਾਲ ਵਾਲੇ 53.5% ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 18% ਨੇ ਦੋਨੋਂ ਡੋਜ਼ ਹਾਸਲ ਕਰ ਲਈਆਂ। ਕਿਊਬਿਕ ਤੋਂ 24 ਘੰਟਿਆਂ ਦੌਰਾਨ 2000 ਤੋਂ ਵੱਧ ਮਾਮਲੇ ਸਾਹਮਣੇ ਆਏ। ਇੱਥੇ 24 ਘੰਟਿਆਂ ਦੌਰਾਨ 2888 ਕੇਸਿਸ ਦਰਜ ਕੀਤੇ ਗਏ। ਇੰਟੈਂਸਿਵ ਕੇਅਰ ਅਧੀਨ 223 ਦੀ ਗਿਣਤੀ ਦੱਸੀ ਗਈ। ਸੂਬੇ ਵਿੱਚ 24 ਘੰਟੇ ਦੌਰਾਨ 33 ਮੌਤਾਂ ਹੋਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 13,223 ਦੇ ਉੱਪਰ ਪਹੁੰਚ ਗਿਆ। ਸੂਬੇ ਵਿੱਚ ਹੁਣ ਤੱਕ ਕੁੱਲ 8,61,891 ਕੇਸਿਸ ਸਾਹਮਣੇ ਆ ਚੁੱਕੇ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 90% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼, 84% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਅਤੇ 45% ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ।
ਕੈਨੇਡਾ ਵਿੱਚ ਹੁਣ ਤੱਕ 30 ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 33,722 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਇਸ ਤੋਂ ਇਲਾਵਾ ਕੈਨੇਡਾ ਵਿੱਚ ਰਿਕਵਰਡ ਕੇਸਿਸ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦਿਆਂ ਹੈਡਲਾਈਨਸ ਤੇ ਟਰੱਕ ਵਾਲਿਆਂ ਦਾ ਪ੍ਰਦਰਸ਼ਨ ਜਾਰੀ, ਸਥਾਨਕ ਲੋਕਾਂ ਨੂੰ ਹੋਈ ਫਿਕਰ। ਟਰੂਡੋ ਹੋਏ ਕੋਰੋਨਾ ਦਾ ਸ਼ਿਕਾਰ, ਖੁਦ ਨੂੰ ਕੀਤਾ ਇਕਾਂਤਵਾਸ। ਟਰੂਡੋ ਨੂੰ ਆਇਆ ਗੁੱਸਾ, ਕਿਹਾ ਨਹੀਂ ਕਰਾਂਗਾ ਬਰਦਾਸ਼ਤ। ਹੁਣ ਜਲਦ ਲੱਗਣਗੇ ਵੀਜ਼ੇ, ਕੈਨੇਡਾ ਸਰਕਾਰ ਦਾ ਐਲਾਨ। ਓਨਟਾਰੀਓ ਵਾਸੀਆਂ ਨੂੰ ਮਿਲੀ ਢਿੱਲ, ਹੁਣ ਹਟ ਰਹੀਆਂ ਹਨ ਪਾਬੰਦੀਆਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇਨ੍ਹਾਂ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।